हाँ जी, इस थर्ड वीडियो ਵਿੱਚ ਹੁਣ ਆਪਾਂ ਦੇਖਾਂਗੇ ਕਿ ਅਸੀਂ ਲੀਨੀਅਰ ਰਿਗਰੈਸ਼ਨ ਨੂੰ ਐਕਚੁਅਲੀ ਸੋਲਵ ਕਿਵੇਂ ਕਰਦੇ ਹਾਂ ਪ੍ਰੈਕਟੀਕਲੀ। ਥੋੜਾ ਜਿਹਾ ਅੱਗੇ ਵਧਣ ਤੋਂ ਪਹਿਲਾਂ ਆਪਾਂ ਐਮਐਲ ਮਾਡਲ ਦੇ ਸੋਲੂਸ਼ਨ ਵਿੱਚ ਬਾਰੇ ਥੋੜਾ ਜਿਹਾ ਜਾਣਦੇ ਹਾਂ। ਐਨੀ ਐਮਐਲ ਮਾਡਲ ਸਟਾਰਟਸ ਵਿਦ ਡੇਟਾ। ਸਾਡੇ ਕੋਲ ਡੇਟਾ ਹੁੰਦਾ ਹੈ ਜੋ ਕਿਸੇ ਫਿਜ਼ੀਕਲ ਫਿਨੋਮੀਨਾ ਤੋਂ ਜਾਂ ਰੀਅਲ ਵਰਲਡ ਤੋਂ ਆਇਆ ਹੁੰਦਾ ਹੈ। Often it's said ਕਿ your model is as good as data. ਸੋ ਡੇਟਾ ਨੂੰ ਬਿਫੋਰ ਯੂਸੇਜ ਓਫਨ ਆਪਾਂ ਕਲੀਨ ਕਰਦੇ ਹਾਂ। ਡੇਟਾ ਦੀ ਕਲੀਨਿੰਗ ਕੀਤੀ ਜਾਂਦੀ ਹੈ। ਕਲੀਨਿੰਗ ਤੋਂ ਬਾਅਦ ਡੇਟਾ ਵਿੱਚੋਂ ਨੋਇਸ ਐਰਰਸ ਮਿਸਿੰਗਨੈਸ ਕੱਢੀ ਜਾਂਦੀ ਹੈ। Often I'm writing it as C data, but it's clean form of the data. ਇਸ ਡੇਟਾ ਨੂੰ ਫਾਈਨਲੀ ਆਪਾਂ ਮਾਡਲ ਲਰਨ ਵਿੱਚ ਯੂਜ਼ ਕਰਦੇ ਹਾਂ। ਇੱਥੇ ਆਪਾਂ ਸਪੈਸੀਫਿਕਲੀ ਬਹੁਤ ਇੱਕ ਸਿੰਪਲ ਕਲਾਸ ਆਫ ਮਾਡਲ ਦੀ ਗੱਲ ਕਰ ਰਹੇ ਹਾਂ, ਲੀਨੀਅਰ ਰਿਗਰੈਸ਼ਨ ਦੀ। ਬਟ ਇਹ ਮਾਡਲ ਕਲਾਸ ਬਹੁਤ ਕੰਪਲੈਕਸ ਹੋ ਸਕਦੀ ਹੈ। ਫੋਰ ਐਗਜ਼ਾਮਪਲ ਇਹ ਮਾਡਲ ਕਲਾਸ DNN ਡੀਪ ਨਿਊਰਲ ਨੈਟਵਰਕਸ ਹੋ ਸਕਦੇ ਨੇ। ਡੀਪ ਨਿਊਰਲ ਨੈਟਵਰਕਸ ਦੀ ਬਹੁਤ ਸਾਰੀਆਂ ਕਿਸਮਾਂ ਹੁੰਦੀਆਂ ਨੇ। ਫੁੱਲੀ ਕਨੈਕਟਡ ਨੈਟਵਰਕਸ, ਕਨਵੋਲੂਸ਼ਨ ਨਿਊਰਲ ਨੈਟਵਰਕਸ, LSTMs, RNNs ਸੀਕੁਐਂਸ਼ੀਅਲ ਮਾਡਲਿੰਗ ਲਈ ਬਹੁਤ ਯੂਜ਼ ਹੁੰਦੇ ਨੇ। ਤੇ ਅੱਜ ਕੱਲ੍ਹ ਇਸ ਨਿਊਰਲ ਨੈਟਵਰਕਸ ਦੀ ਬਹੁਤ ਸਾਰੀਆਂ ਕਿਸਮਾਂ ਜੋ ਫਾਈਨਲੀ ਲਾਈਕ ਟਰਾਂਸਫਾਰਮਰਸ, many class of model exist ਕਰਦੇ ਨੇ ਲਿਟਰੇਚਰ ਵਿੱਚ। ਇਹ classes of model more complex and ਜ਼ਿਆਦਾ ਵੱਡੇ ਡੇਟਾ ਨੂੰ ਮਾਡਲ ਕਰਨ ਲਈ ਯੂਜ਼ ਹੁੰਦੇ ਨੇ। ਜਿਵੇਂ ਜਿਵੇਂ ਥੱਲੇ ਜਾਵਾਂਗੇ ਮਾਡਲ ਬਹੁਤ ਹੋਰ ਕੰਪਲੈਕਸ ਹੁੰਦੇ ਜਾਂਦੇ ਨੇ। ਲੀਨੀਅਰ ਰਿਗਰੈਸ਼ਨ ਕਲਾਸੀਕਲ ਕਲਾਸ ਆਫ ਮਾਡਲ ਹੈ। ਕਲਾਸੀਕਲ ਕਲਾਸ ਆਫ ਮਾਡਲਸ ਵਿੱਚ ਵੀ ਫਰਦਰ SVM, ਰੈਂਡਮ ਫੋਰੈਸਟ, ਟਰੀਜ਼, ਡਿਫਰੈਂਟ ਕਲਾਸਿਸ ਐਗਜ਼ਿਸਟ ਕਰਦੀਆਂ ਨੇ। ਸੋ ਅਸੀਂ ਡੇਟਾ ਨੂੰ ਲੈ ਕੇ ਕਲੀਨਿੰਗ ਕੀਤਾ। ਡੇਟਾ ਕਲੀਨ ਤੋਂ ਬਾਅਦ ਇੱਕ ਮਾਡਲ ਲਰਨ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਫਾਈਨਲੀ ਇਸ ਮਾਡਲ ਤੋਂ ਅਸੀਂ ਪ੍ਰੈਡਿਕਸ਼ਨਸ ਲੈਂਦੇ ਹਾਂ। ਪ੍ਰੈਡਿਕਸ਼ਨਸ ਆਰ ਨਥਿੰਗ ਬਟ ਕਿ ਉਹ ਵੈਲਿਊਜ਼ ਨੂੰ ਅਸੀਂ ਜਾਣਨਾ ਚਾਹੁੰਦੇ ਹਾਂ ਜੋ ਸਾਨੂੰ ਡੇਟਾ ਵਿੱਚ ਨਹੀਂ ਪਤਾ ਹੁੰਦੀਆਂ ਪਰ ਡੇਟਾ ਤੋਂ ਲਰਨ ਕੀਤੀਆਂ ਜਾ ਸਕਦੀਆਂ ਹਨ। ਇੱਥੇ ਜੋ ਅਸੀਂ ਮਾਡਲ ਲਰਨ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ, ਇਸ ਮਾਡਲ ਲਰਨਿੰਗ ਪ੍ਰੋਸੈਸ ਨੂੰ ਅੱਜ ਆਪਾਂ ਥੋੜਾ ਜਿਹਾ ਦੇਖਾਂਗੇ। ਆਪਾਂ ਜੇ ਮਾਡਲ ਨੂੰ ਥੋੜਾ ਜਿਹਾ ਹੋਰ ਡੀਪਰ ਦੇਖੀਏ, ਮਾਡਲ ਕਰਨ ਦੀ ਕੀ ਕੋਸ਼ਿਸ਼ ਕਰ ਰਿਹਾ ਹੈ। ਡੇਟਾ ਨੂੰ ਆਪਾਂ x ਦੀ ਫਾਰਮ ਵਿੱਚ ਰਿਪਰੈਜ਼ੈਂਟ ਕਰ ਦਿੰਦੇ ਹਾਂ। ਅਗੇਨ ਇਹ x ਇੱਕ ਨੋਟੇਸ਼ਨ ਹੈ। It doesn't mean ਕਿ ਸਿਰਫ ਇੱਕੋ ਵੇਰੀਏਬਲ, ਡੇਟਾ ਮਲਟੀ ਕਲਾਸ ਮਲਟੀ ਵੇਰੀਏਬਲ ਹੋ ਸਕਦਾ ਹੈ। x ਤੋਂ ਅਸੀਂ y ਲਰਨ ਦੀ ਕੋਸ਼ਿਸ਼ ਕਰ ਰਹੇ ਹੁੰਦੇ ਹਾਂ ਤੇ ਇਟਸ ਨਥਿੰਗ a form of transformation of data. You can say this is nothing but a transformation of data. So there is a function which takes input data, transform into y. This is the function which we want to learn. In reality, a function class exist ਕਰ ਸਕਦੀ ਹੈ, ਬਹੁਤ ਸਾਰੀ complex class। ਇੱਥੇ ਸਾਡਾ ਫੰਕਸ਼ਨ ਲੀਨੀਅਰ ਰਿਗਰੈਸ਼ਨ ਵਿੱਚ ਇੱਕ ਲੀਨੀਅਰ ਫੰਕਸ਼ਨ ਹੁੰਦਾ ਹੈ ਜਿਹਨੂੰ ਆਪਾਂ ਲਾਈਨ ਵੀ ਕਹਿ ਦਿੰਦੇ ਹਾਂ ਕਿ ਅਸੀਂ ਇੱਕ ਲਾਈਨ ਲਰਨ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਜੋ x ਤੇ y ਨੂੰ ਮਾਡਲ ਕਰੇ। ਫੋਰ ਐਗਜ਼ਾਮਪਲ ਆਪਾਂ ਆਪਣੀ ਸਿਮਿਲਰ ਸੈਟਿੰਗ ਵਿੱਚ ਆਉਂਦੇ ਹਾਂ ਕਿ ਹਾਊਸ ਦੇ ਪ੍ਰਾਈਸ ਪ੍ਰੈਡਿਕਟ ਕਰਨੇ ਨੇ, ਸਾਨੂੰ ਸਕੁਅਰ ਫੁੱਟ 'ਚ ਪਤਾ ਹੋਏ ਤਾਂ। ਸਾਡੇ ਕੋਲ ਕੁਝ ਪ੍ਰਾਈਸ ਐਗਜ਼ਿਸਟ ਕਰਦੇ ਸੀ। ਇਹਨਾਂ ਪ੍ਰਾਈਸ ਨੂੰ ਯੂਜ਼ ਕਰਕੇ ਆਪਾਂ ਇੱਕ ਲਾਈਨ ਲਰਨ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ। ਇਹੀ ਸਾਡਾ ਮਾਡਲ ਹੈ ਕਿ ਜੋ given at any other square foot can tell us what will be the price of the house. ਹੁਣ ਇਸ ਲਾਈਨ ਨੂੰ ਜੋ ਮਾਡਲ ਕਰਨਾ ਹੈ, it's like a function which we want to learn. So in summary, ਸਾਡਾ ਗੋਲ ਹੈ ਮਾਡਲ ਜੋ ਕਿ ਇੱਕ ਲਾਈਨ ਰਿਪਰੈਜ਼ੈਂਟ ਕਰ ਰਿਹਾ ਹੈ ਤੇ ਸਾਨੂੰ ਉਸ ਮਾਡਲ ਨੂੰ ਲਰਨ ਕਰਨਾ ਹੈ। ਕਿਸੇ ਵੀ ਲਾਈਨ ਦੀ ਇਕੁਏਸ਼ਨ ਆਪਾਂ ਬੜੀ ਸਿੰਪਲ ਫਾਰਮ ਵਿੱਚ ax plus b ਨਾਲ ਰਿਪਰੈਜ਼ੈਂਟ ਕਰ ਸਕਦੇ ਹਾਂ। ਇਟਸ ਅ ਵਨ ਡਾਇਮੈਂਸ਼ਨਲ ਇਕੁਏਸ਼ਨ ਆਫ ਅ ਲਾਈਨ। 2 dimension ਵਿੱਚ, 3 dimension ਵਿੱਚ ਲਾਈਨ ਪਲੇਨ ਔਰ ਉਸ ਤਰ੍ਹਾਂ ਬਣਦੀ ਜਾਂਦੀ ਹੈ। ਪਰ ਇਟਸ ਅ ਸਿੰਪਲਰ ਇਕੁਏਸ਼ਨ ਆਫ ਦ ਲਾਈਨ ax plus b। a ਨੂੰ ਆਪਾਂ ਲਾਈਨ ਦਾ ਸਲੋਪ ਕਹਿ ਦਿੰਦੇ ਹਾਂ, b ਨੂੰ ਇੰਟਰਸੈਪਟ ਕਹਿ ਦਿੰਦੇ ਹਾਂ। ਬਟ ਵੀ ਡੋਂਟ ਨੋ ਵਾਟ ਆਰ ਦਿਸ a and b। ਕਿਉਂਕਿ a line is coming from again a function class. So for example,
let us assume that this was our data. Many different lines can be drawn here as we see. Each of this line is good or bad. So we have to find a very good line which matches our data. This goodness of line is often represented in many different contexts. ਇੱਥੇ ਆਪਾਂ ਇਸ goodness ਨੂੰ error ਦੀ form ਵਿੱਚ represent ਕਰਾਂਗੇ ਕਿ ਸਾਨੂੰ ਚਾਹੀਦਾ ਹੈ ਕਿ ਉਹ ਲਾਈਨ ਜਿਹਦਾ error ਸਭ ਤੋਂ ਘੱਟ ਹੋਏ। ਹੁਣ ਇਹ error ਕਿਵੇਂ find ਕਰਾਂਗੇ? For example, ਜੇ ਅਸੀਂ ਲਾਈਨ ਨੂੰ ax plus b ਦੇ form ਵਿੱਚ represent ਕਰੀਏ, x is the input of the model ਜੋ ਇੱਥੇ square foot ਹੈ। ਕੁਝ ਡੇਟਾ ਲਈ ਸਾਨੂੰ ਇਨਪੁਟ ਪਤਾ ਹੁੰਦੀ ਹੈ ਤੇ ਅਸੀਂ ਉਸ ਡੇਟਾ ਨੂੰ ਰਿਪਰੈਜ਼ੈਂਟ ਕਰਦੇ ਹਾਂ ਸੇ x1 x2 x3 ਸਾਡੇ ਕੋਲ ਡੇਟਾ ਹੈ ਉਹਦੇ ਕਰਸਪੋਂਡਿੰਗ ਆਊਟਪੁੱਟਸ ਐਗਜ਼ਿਸਟ ਕਰਦੇ ਨੇ y1 y2 y3 so for any line how the error will be defined, let us look at that. ਕਿਸੇ ਵੀ ਲਾਈਨ ਨੂੰ ਲਈ ਜੋ error ਐਗਜ਼ਿਸਟ ਕਰਦਾ ਹੈ ਉਸ ਨੂੰ ਅਸੀਂ ਇਸ ਤਰ੍ਹਾਂ ਰਿਪਰੈਜ਼ੈਂਟ ਕਰ ਸਕਦੇ ਹਾਂ ਕਿਸੇ ਵੀ ਲਾਈਨ ਦੇ error ਨੂੰ। for example ax plus 1 plus y ਇਹ ਸਾਡਾ y1 predict ਹੈ। Similarly ਸਾਡੇ ਕੋਲ y2 predict ਆ ਜਾਏਗਾ ax x2 plus y। ਹੁਣ ਇਹ y1 predict ਮਾਈਨਸ ਜੋ ਰੀਅਲ y ਐਗਜ਼ਿਸਟ ਕਰਦਾ ਹੈ ਉਹ ਸਾਡਾ ਐਰਰ ਬਣ ਜਾਂਦਾ ਹੈ। ਇਸ ਐਰਰ ਨੂੰ ਆਫਨ ਡਿਫਰੈਂਟ ਨੋਟੇਸ਼ਨਸ ਨਾਲ ਰਿਪਰੈਜ਼ੈਂਟ ਕਰ ਸਕਦੇ ਹਾਂ, ਸਕੁਅਰ ਲੈ ਸਕਦੇ ਹਾਂ, ਐਬਸੋਲੂਟ ਲੈ ਸਕਦੇ ਹਾਂ। ਫॉर ਸਿੰਪਲਿਸਿਟੀ ਆਪਾਂ ਇਹਦਾ ਸਕੁਅਰ ਲੈ ਲੈਂਦੇ ਹਾਂ ਕਿ this is our error in first prediction. Similarly in second prediction y2p minus y2 is our error. Third prediction y3p minus y3 is our error. Overall ਸਾਡਾ ਜੋ error ਹੁੰਦਾ ਹੈ, say let this be e1 e2 e3, overall ਸਾਡਾ error ਇਹਨਾਂ ਸਭ ਦਾ summation ਬਣ ਜਾਂਦਾ ਹੈ। As you see, more number of points, more error and more accurate our line will be. So ਹੁਣ ਸਾਡੀ goal ਹੈ ਕਿ ਅਸੀਂ ਇਸ error ਨੂੰ minimize ਕਰਨਾ ਹੈ। Goal is to find this minimum error. How to solve this thing? ਇਹਨੂੰ solution ਦੇ ਵੀ ਬਹੁਤ ਸਾਰੇ approaches exist ਕਰਦੇ ਨੇ। ਅੱਜ ਆਪਾਂ ਇੱਕ ਬਹੁਤ ਹੀ simplest approach ਦੇਖਾਂਗੇ which is amazingly simple and easy to understand. Let us think like ਕਿ for our data ਆਪਾਂ ਬਹੁਤ ਸਾਰੀਆਂ ਲਾਈਨਸ ਡਰਾ ਕਰਕੇ ਦੇਖਦੇ ਹਾਂ ਸੇ L1 L2 L3 ਇਸ ਵਿੱਚ ਆਪਾਂ ਬਹੁਤ ਸਾਰੀਆਂ ਲਾਈਨ ਡਰਾ ਕਰਾਂਗੇ ਤਾਂ we can find the line which closely matches our data, like here L2 more or less closely matches. Goal is to draw all these lines, say n number of lines, and from all these lines find the line which closely matches, say. So how to do that? For each of this line we'll calculate their errors and find the error which is minimum. A linear regression ਦੇ ਬਹੁਤ ਸਾਰੇ solution exist ਕਰਦੇ ਨੇ। I'm trying to introduce a solution which is very brute force but very easy to understand. ਇਸ solution ਦੇ ਲਈ ਮੈਂ ਇੱਕ Python notebook ਤੁਹਾਨੂੰ ਦਿਖਾਉਂਦਾ ਕਿ ਇਸ ਨੂੰ ਆਪਾਂ solve ਕਿਵੇਂ ਕਰਦੇ ਹਾਂ। Now let us go to another solution approach which I was been talking about. ਇਸ ਵਿੱਚ again ਆਪਾਂ same example ਲਈ ਹੈ housing square foots ਦੀ ਤੇ prices ਦੀ। ਇਸ ਨੂੰ ਆਪਾਂ plot ਕਰਕੇ ਦੇਖਦੇ ਹਾਂ। ਡੇਟਾ ਉਹੀ ਹੈ, ਇਸ ਨੂੰ ਮੈਂ ਡੇਟਾ ਦੀ ਫਾਰਮ ਵਿੱਚ ਰਿਪਰੈਜ਼ੈਂਟ ਕਰ ਦਿੱਤਾ ਹੈ ਲਿਸਟ ਕੰਪਰੀਹੈਂਸ਼ਨ ਨਾਲ ਤਾਂ ਕਿ ਇਸ ਨੂੰ ਲੇਟਰ on ਆਪਾਂ ਐਨਾਲਾਈਜ਼ ਵਧੀਆ ਕਰ ਸਕੀਏ। ਫਸਟ ਦਾ ਸਕੁਅਰ ਫੁੱਟ, ਸੈਕੰਡ ਇਜ਼ ਦ ਪ੍ਰਾਈਸ। ਪਲੋਟ ਕਰਾਂਗੇ ਅਗੇਨ 3 ਪੁਆਇੰਟਸ ਆਪਾਂ ਇਸ ਤੋਂ ਲਾਈਨ ਲੈਣ ਦੀ ਕੋਸ਼ਿਸ਼ ਕਰ ਰਹੇ ਹਾਂ। ਇਹ ਸਾਨੂੰ ਲਾਈਨ ਦੀ ਇਕੁਏਸ਼ਨ ਨੂੰ ਸਿਮਿਲਰ ਕਰਦੀ ax plus b ਨੂੰ ਕਿ ਲਾਈਨ ਦੇ ਜੇ a and b ਪਤਾ ਹੋਣ ਤੇ ਇਨਪੁਟ x ਪਤਾ ਹੋਏ what will be the price of that value. ਫਾਈਨਲੀ ਅਸੀਂ ਬਹੁਤ ਸਾਰੀਆਂ ਲਾਈਨਸ ਡਰਾ ਕਰਨਾ ਚਾਹੁੰਦੇ ਤਾਂ ਅਸੀਂ ਪੋਸੀਬਲ a ਪੋਸੀਬਲ b ਦੀ ਇੱਕ ਲਿਸਟ ਬਣਾ ਲਈ। ਇਸ ਲਿਸਟ ਵਿੱਚ ਫੋਰ ਐਗਜ਼ਾਮਪਲ ਜੇ ਆਪਾਂ ਦੇਖਾਂਗੇ ਕਿ ਲੈਂਥ ਪੋਸੀਬਲ ਹੈ ਆਪਾਂ ਕਿੰਨੇ ਲਏ ਹੈ ਅਰਾਊਂਡ 100 ਵੈਲਿਊਜ਼ ਤੇ ਆਪਾਂ ਜੇ ਦੇਖਾਂਗੇ ਕਿ ਆਪਾਂ ਪੋਸੀਬਲ b ਕਿੰਨੇ ਲਏ ਹੈ ਪੋਸੀਬਲ b ਆਰ ਆਲਸੋ 100 ਵੈਲਿਊਜ਼ ਤੇ a and b ਆਪਾਂ ਜਿਵੇਂ ਕਹਿ ਰਹੇ ਸੀ ax plus b ਵਿੱਚ a is nothing but slope of the line and b is the intercept। ਅਸੀਂ ਕੁਝ ਰੈਂਡਮ ਸਲੋਪਸ ਐਂਡ ਇੰਟਰਸੈਪਟ ਸਿਲੈਕਟ ਕਰ ਰਹੇ ਨੇ ਇੱਥੇ ਇੱਕ ਲਿਸਟ ਬਣਾ ਲਈ ਕਿ 100 ਵੈਲਿਊਜ਼ ਫॉर ਈਚ। Now for each of them initially ਆਪਾਂ ਬਹੁਤ ਵੱਡੇ error ਤੋਂ start ਕੀਤਾ। This can be an arbitrary number but large number can be numpy dot infinite as well for practical purpose। ਇੱਥੇ ਇੱਕ simple example ਵਿੱਚ ਮੈਂ ਇੱਕ value set ਕਰਤੀ। best A best B ਆਪਾਂ ਨੂੰ ਨਹੀਂ ਪਤਾ ਕਿ line actually best ਕਿਹੜੀ ਹੈ। ਇੱਥੇ ਹੁਣ ਆਪਾਂ for A and B ਦੀ ਸਾਰੀ possible lines ਨੂੰ visit ਕਰਕੇ data ਦੇ ਵਿੱਚੋਂ ਆਪਾਂ
ਲਾਈਨ ਦੀ ਪ੍ਰੈਡਿਕਸ਼ਨ ਲੈ ਕੇ ਉਸਦਾ ਐਰਰ ਕੱਢ ਰਹੇ ਹਾਂ। PM minus P is what is the prediction of the model and the current line kind of price which we were inputting to the data. ਤੁਸੀਂ ਇਸ ਵੀਡੀਓ ਨੂੰ ਪੌਜ਼ ਕਰਕੇ ਇਸ ਨੂੰ ਕੋਡ ਵੀ ਕਰ ਸਕਦੇ ਹੋ। ਇਹ ਨੋਟਬੁੱਕ ਵੀ ਮੈਂ ਸ਼ੇਅਰ ਕਰ ਦਿਆਂਗਾ ਵੀਡੀਓ ਦੇ ਲਿੰਕ ਵਿੱਚ। ਆਪਾਂ ਫਿਰ ਦੇਖਦੇ ਹਾਂ ਕਿ ਕਰੰਟ ਐਰਰ ਬੈਸਟ ਐਰਰ ਨਾਲ ਛੋਟਾ ਹੈ ਤਾਂ ਆਪਾਂ ਬੈਸਟ ਐਰਰ ਨੂੰ ਅਪਡੇਟ ਕਰ ਰਹੇ ਹਾਂ। ਅਸੀਂ ਇਸ ਨੂੰ ਰਨ ਕਰਕੇ ਵੀ ਦੇਖਦੇ ਹਾਂ। ਤੇ ਜਿਵੇਂ ਜਦੋਂ ਬੈਸਟ ਐਰਰ ਅਪਡੇਟ ਹੁੰਦਾ ਹੈ ਉਹ ਪ੍ਰਿੰਟ ਕਰ ਦਿੰਦਾ ਹੈ ਕਿ ਬੈਸਟ ਐਰਰ ਵਾਸ ਵੈਰੀ ਬਿਗ ਸਟਾਰਸ ਰਿਡਿਊਸਿੰਗ ਫਾਈਨਲੀ ਵੀ ਹੈਵ ਐਰਰ ਅਰਾਊਂਡ 800। ਇਹ ਸ਼ੋ ਕਰਦਾ ਹੈ ਕਿ ਇਹ ਸਾਡੇ ਇਸ ਪ੍ਰੈਕਟੀਕਲ ਸੋਲੂਸ਼ਨ ਵਿੱਚ ਆਪਾਂ 800 ਐਰਰ ਵਿੱਚ ਆ ਸਕਦੇ ਹਾਂ। ਅਗੇਨ ਜੇ ਆਪਾਂ ਇਸ ਨੂੰ ਥੋੜਾ ਵੱਡਾ ਸੈਂਪਲਿੰਗ ਸਾਈਜ਼ ਦਿੰਦੇ ਤੇ ਸੋਲੂਸ਼ਨ ਹੋਰ ਵੀ ਹੋ ਸਕਦਾ ਸੀ। ਫੋਰ ਐਗਜ਼ਾਮਪਲ ਇੱਥੇ 10 ਦੀ ਬਜਾਏ ਮੈਂ ਇੱਕ ਨਾਲ ਜੇ ਵੱਧ ਰਿਹਾ ਹੋਵਾਂ ਤੇ 20 ਦੀ ਪੋਸੀਬਲ ਵੈਲਿਊਸ ਅਰਾਊਂਡ 1000 ਹੋ ਜਾਣਗੀਆਂ। ਹੁਣ ਆਪਣਾ ਐਰਰ ਦੇਖਦੇ ਹਾਂ ਕਿੰਨਾ ਆਉਂਦਾ ਹੈ। ਪਹਿਲਾਂ 800 ਤੱਕ ਆ ਰਿਹਾ ਸੀ। ਨਾ ਇਫ ਯੂ ਰਨ ਇਟ ਯੂ ਵਿਲ ਸੀ ਕਿ ਐਰਰ ਸਲੋਲੀ ਹੋਰ ਵੀ ਘਟ ਜਾਏਗਾ, 272 ਤੱਕ ਆ ਜਾਏਗਾ। ਲਾਈਨ ਹੋਰ ਵੀ ਬੈਟਰ ਹੋ ਜਾਂਦੀ ਹੈ। ਬੈਸਟ A ਤੇ ਬੈਸਟ B ਦੀ ਵੈਲਿਊਸ ਆਪਾਂ ਦੇਖਾਂਗੇ। ਬੈਸਟ A ਜਿਹੜਾ ਲਾਈਨ ਦਾ ਸਲੋਪ ਸੀ 0.1, B is 43। ਹੁਣ ਆਪਾਂ ਮਾਡਲ ਨੂੰ ਵਿਜ਼ੂਅਲਾਈਜ਼ ਕਰਦੇ ਹਾਂ ਕਿ ਆਪਾਂ ਲਰਨ ਕਿਹੜੀ ਲਾਈਨ ਕੀਤੀ। ਅਗੇਨ ਆਈ ਐਮ ਟੇਕਿੰਗ random house prices in this one, a list of range of house prices। ਉਹਨਾਂ ਸਾਰਿਆਂ ਦਾ ਆਪਾਂ ਪ੍ਰੈਡਿਕਸ਼ਨ ਲੈ ਲਿਆ ਮਾਡਲ ਤੋਂ। ਪ੍ਰੈਡਿਕਸ਼ਨ ਲੈਣ ਵਾਸਤੇ ਆਪਾਂ ਇਨਪੁਟ ਸਕੁਅਰ ਫੁੱਟ ਹੀ ਦੇ ਰਹੇ ਹਾਂ ਸਾਰਾ ਜਿਹੜਾ ਇਸ ਹਾਊਸ ਤੋਂ ਆ ਰਿਹਾ, ਬਟ ਬੈਸਟ A ਤੇ ਬੈਸਟ B ਦੀ ਵੈਲਿਊ ਜੋ ਆਪਾਂ ਮਾਡਲ ਲਰਨ ਕੀਤਾ। ਹੁਣ ਜੇ ਆਪਾਂ ਇਹਨੂੰ ਪਲੋਟ ਕਰਾਂਗੇ, this is our model look like ਕਿ ਜਿਹੜਾ ਆਪਾਂ ਹੁਣੇ ਮਾਡਲ ਰੈਂਡਮ ਲਾਈਨ ਸਟ੍ਰੋ ਕੀਤੀਆਂ ਉਹਨਾਂ ਸਾਰੀਆਂ ਲਾਈਨਸ ਵਿੱਚੋਂ ਬੈਸਟ ਲਾਈਨ ਆਪਾਂ ਸਿਲੈਕਟ ਕੀਤੀ। ਇਹ ਬਹੁਤ ਸਿੰਪਲਰ ਅਪਰੋਚ ਹੈ, ਬਟ ਇਨਡਾਇਰੈਕਟਲੀ ਆਪਾਂ ਨੂੰ ਸ਼ੋ ਕਰਦੀ ਹੈ ਕਿ ਬਰੂਟ ਫੋਰਸ ਨਾਲ ਵੀ ਆਪਾਂ ਸੋਲੂਸ਼ਨ ਕੱਢ ਸਕਦੇ ਹਾਂ। ਫਰਦਰ ਜੇ ਹੁਣ ਆਪਾਂ ਫਿਰ ਦੁਬਾਰਾ ਤੋਂ ਆਪਾਂ ਸਲਾਈਡਸ ਵਿੱਚ ਦੇਖਦੇ ਹਾਂ ਕਿ ਇਹ ਜਿਹੜਾ ਆਪਾਂ ਸੋਲੂਸ਼ਨ ਅਪਰੋਚ ਸੀ ਇਹ ਬਹੁਤ ਸਾਰੀਆਂ ਲਾਈਨ ਡਰਾ ਕਰਕੇ ਬੈਸਟ ਲਾਈਨ ਸਿਲੈਕਟ ਕਰਨ ਦਾ ਆਪਾਂ ਦੇਖਿਆ। ਇਹ ਮੋਰ ਲਾਈਕ ਸਟਾਰਟਿੰਗ ਬਰੂਟ ਫੋਰਸ ਅਪਰੋਚ ਵਿੱਚ ਗਿਣਿਆ ਜਾਂਦਾ ਹੈ। ਬਟ ਇਸ ਦੇ ਇਲਾਵਾ ਹੋਰ ਵੀ ਬਹੁਤ ਸਾਰੇ ਮੈਥਡ ਐਗਜ਼ਿਸਟ ਕਰਦੇ ਨੇ। ਫੋਰ ਐਗਜ਼ਾਮਪਲ ਗ੍ਰੇਡੀਐਂਟ ਡਿਸੈਂਟ ਐਂਡ ਡਾਇਰੈਕਟ ਸੋਲੂਸ਼ਨ ਅਪਰੋਚਸ ਵੀ ਐਗਜ਼ਿਸਟ ਕਰਦੇ ਨੇ ਵਿਚ ਆਰ ਸਲਾਈਟਲੀ ਬੈਟਰ। ਆਪਾਂ ਇਹਨਾਂ ਦੇ ਬਾਰੇ ਵੀ ਗੱਲ ਕਰਾਂਗੇ। ਇਹ ਅਪਰੋਚਸ ਫਾਈਨਲੀ ਬਹੁਤ ਕੰਪਲੈਕਸ ਮਾਡਲ ਨੂੰ ਵੀ ਸੋਲਵ ਕਰ ਸਕਦੇ ਨੇ। ਡਾਇਰੈਕਟ ਸੋਲੂਸ਼ਨ ਅਪਰੋਚ ਕਿਉਂਕਿ ਇਟਸ ਅ ਲਾਈਨ ਦੀ ਪੈਰਾਮੀਟਰਸ ਇਕੁਏਸ਼ਨ ਆਪਾਂ ਨੂੰ ਪਤਾ ਨਹੀਂ ਤੇ ਮੈਟ੍ਰਿਕਸ ਤੇ ਟਰਾਂਸਫਾਰਮ ਫਾਰਮ ਵਿੱਚ ਵੀ ਆਪਾਂ ਲਾਈਨ ਨੂੰ ਸੋਲਵ ਕਰ ਸਕਦੇ ਹਾਂ। ਇਹ ਸਭ ਕੁਝ ਆਪਾਂ ਅਗਲੀਆਂ ਵੀਡੀਓਜ਼ ਵਿੱਚ ਦੇਖਾਂਗੇ।